ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜ਼ਰੂਰੀ ਬੇਨਤੀਆਂ ਵਿੱਚ ਪਹਿਲੀ ਬੇਨਤੀ ਕਿ ਟੈਲੀਫੋਨ ਮਿਊਟ ਕਰ ਲਓ ਪਲੀਜ਼। ਪਿਛਲੇ ਹਫਤੇ ਮੈਂ ਇੱਥੇ ਬੜੂ ਸਾਹਿਬ ਵਾਲਿਆਂ ਦਾ ਇੱਕ ਇੱਥੇ ਸਟਾਲ ਲਗਵਾਇਆ ਸੀ। ਅੱਜ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਸਟਾਲ ਲੱਗਿਆ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੀਆਂ ਮੈਗਜ਼ੀਨਸ ਪ੍ਰਿੰਟ ਹੁੰਦੀਆਂ ਨੇ, ਇੱਕ ਬਹੁਤ ਉਹਦੇ ਵਿੱਚੋਂ ਅਹਿਮ ਗੁਰਮਤ ਪ੍ਰਕਾਸ਼ ਇੱਕ ਮੈਗਜ਼ੀਨ ਹੈ ਜਿਹੜੀ ਮੰਥਲੀ ਹੈ ਔਰ ਬਹੁਤ ਵਧੀਆ ਇਹਦੇ ਵਿੱਚ ਆਰਟੀਕਲ ਹੁੰਦੇ ਨੇ। ਇਹ ਗੁਰਮਤ ਪ੍ਰਕਾਸ਼ ਪੰਜਾਬੀ ਵਿੱਚ ਹੈ ਔਰ ਇਹਦੀ ਸਾਲਾਨਾ ਜਿਹੜਾ ਸਬਸਕ੍ਰਿਪਸ਼ਨ ਹੈ ਉਹ 50 ਰੁਪਏ ਹੈ, ਮੰਥਲੀ ਹੈ, ਸਿਰਫ 50 ਰੁਪਏ ਸਾਲਾਨਾ ਔਰ ਲਾਈਫ ਮੈਂਬਰ ਇਹਦੇ 'ਚ 500 ਰੁਪਏ ਦਾ ਬਣਦਾ। ਇੱਕ ਇਹਨਾਂ ਦੀ ਗੁਰਮਤ ਗਿਆਨ ਹਿੰਦੀ ਵਿੱਚ ਹੈ ਜਿਹਦਾ 1 ਸਾਲ ਦਾ ਸਿਰਫ 10 ਰੁਪਏ ਸਬਸਕ੍ਰਿਪਸ਼ਨ ਹੈ, ਓਨਲੀ 10 ਰੁਪੀਜ਼। ਇਹਦਾ ਲਾਈਫ ਦਾ ਉਹਨਾਂ ਨੇ ਮੈਨੂੰ ਨਹੀਂ ਦੱਸਿਆ, ਉਹ ਪੁੱਛ ਸਕਦੇ ਹੋ ਤੁਸੀਂ। ਔਰ ਇੱਕ ਇਹ ਪ੍ਰਚਾਰ ਸਹਾਇਤਾ ਵਾਸਤੇ ਇਹਨਾਂ ਕੋਲ ਕੋਈ ਰਸੀਦਾਂ ਨੇ, ਜੇ ਕੋਈ ਇਸ ਪਾਸੇ ਸਹਾਇਤਾ ਦੇਣਾ ਚਾਹੇ। ਮੈਂ ਜਿਹੜੀ ਇੱਥੇ ਗੱਲ ਤੁਹਾਨੂੰ ਕਰਨਾ ਚਾਹੁੰਦਾ ਕਿ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਥੇ ਇੱਕ ਗੁਰਬਾਣੀ, ਸਿੱਖ ਸਿਧਾਂਤ, ਸਿੱਖ ਇਤਿਹਾਸ ਅਤੇ ਸਿੱਖ ਰਹਿਤ ਮਰਿਆਦਾ ਦਾ ਜਾਣਕਾਰੀ ਭਰਪੂਰ 1 ਸਾਲ ਦਾ ਪੱਤਰ ਵਿਹਾਰ ਕੋਰਸ ਹੈ। ਕੋਰਸਪੋਂਡੈਂਸ ਕੋਰਸ 1 ਸਾਲ ਦਾ ਕਰਦੇ ਨੇ। ਉਸ ਦਾ 100 ਰੁਪਏ ਸਿਰਫ ਸਬਸਕ੍ਰਿਪਸ਼ਨ ਹੈ। ਉਹ ਤੁਹਾਨੂੰ 100 ਰੁਪਏ ਤੁਸੀਂ ਇੱਥੇ ਜਮ੍ਹਾਂ ਕਰਾਓਗੇ ਤਾਂ ਤੁਸੀਂ ਉਹ ਸਰਟੀਫਿਕੇਟ ਕੋਰਸ ਸ਼੍ਰੋਮਣੀ ਕਮੇਟੀ ਤੋਂ ਇਹ ਕਰ ਸਕਦੇ ਹੋ 1 ਸਾਲ ਦਾ, ਔਰ ਉਹ ਤੁਹਾਨੂੰ ਬਕਾਇਦਾ ਮਟੀਰੀਅਲ ਭੇਜਣਗੇ ਔਰ ਉਸ ਤੋਂ ਬਾਅਦ ਦਿੱਲੀ 'ਚ ਹੀ ਸ਼ਾਇਦ ਉਹਦੇ ਇਮਤਿਹਾਨ ਲਏ ਜਾਣਗੇ। ਇਹ ਜੋ ਕਰਨਾ ਚਾਹੇ ਉਹ ਕਰ ਸਕਦਾ। ਮੇਰਾ ਸਿਰਫ ਇੱਥੇ ਆਪ ਜੀ ਨੂੰ ਇਤਨੀ ਸਲਾਹ ਜ਼ਰੂਰ ਹੈ ਕਿ ਜਿੱਥੇ ਇਹ 1 ਸਾਲ ਦਾ ਪੱਤਰ ਵਿਹਾਰ ਕੋਰਸ ਬਹੁਤ ਜਾਣਕਾਰੀ ਭਰਪੂਰ ਹੈ, ਉੱਥੇ ਹੈ ਜਿਹੜਾ ਗੁਰਮਤ ਗਿਆਨ ਹਿੰਦੀ ਔਰ ਪੰਜਾਬੀ ਦੇ ਵਿੱਚ ਗੁਰਮਤ ਪ੍ਰਕਾਸ਼, ਮੈਂ ਸਮਝਦਾ ਕਿ ਇਹ ਹਰ ਸਿੱਖ ਨੂੰ ਆਪਣੇ ਘਰ ਜ਼ਰੂਰ ਇਹ ਲਗਵਾ ਲੈਣੀ ਚਾਹੀਦੀ ਹੈ। ਬਹੁਤ ਇਹਦੇ 'ਚ ਵਧੀਆ ਆਰਟੀਕਲ ਹੁੰਦੇ ਨੇ। ਸਾਨੂੰ ਵੀ ਕਈ ਵਾਰੀ ਅਸੀਂ ਨਵੇਂ ਟੌਪਿਕ ਲੈਂਦੇ ਹਾਂ ਅਤੇ ਸਾਨੂੰ ਗੁਰਮਤ ਪ੍ਰਕਾਸ਼ਾਂ ਜਿਹੜੀਆਂ ਨੇ ਉਹਦਾ ਵੇਖ ਕੇ ਕਾਫੀ ਸਾਨੂੰ ਉੱਥੋਂ ਸਹਾਇਤਾ ਮਿਲਦੀ ਆ। ਅੱਜ ਦਾ ਸਾਡਾ ਜਿਹੜਾ ਪਹਿਲਾ ਵਿਸ਼ਾ ਹੈ ਉਹ ਹੈ, ਮੈਂ ਪਿਛਲੀ ਵਾਰ ਤੁਹਾਨੂੰ ਦੱਸਿਆ ਸੀ, ਇਹ ਬਿਲਕੁਲ ਨਵੇਕਲਾ ਵਿਸ਼ਾ ਔਰ ਅਸੀਂ 17 ਸੈਸ਼ਨ ਕਰ ਚੁੱਕੇ ਹਾਂ ਇਸ ਕੋਰਸ ਦੇ। ਪਹਿਲੀ ਵਾਰ ਅਸੀਂ ਉਹ ਇੰਟਰੋਡਿਊਸ ਕਰ ਰਹੇ ਹਾਂ ਕਿ ਹਾਊ ਐਂਡ ਵਾਈ, ਕਿਉਂ ਅਤੇ ਕਿਸ ਲਈ ਸਾਨੂੰ ਗੁਰਬਾਣੀ ਜਿਹੜੀ ਹੈ ਇਹ ਪੜ੍ਹਨੀ ਚਾਹੀਦੀ ਹੈ। ਅੱਜ ਬੜੀ ਵੱਡੀ ਇੱਕ ਚਿੰਤਾ ਹੈ। ਮੈਂ ਥੋੜ੍ਹੇ ਦਿਨ ਹੋਏ ਕਿਸੇ ਕਿਤਾਬ ਦਾ ਇੱਕ ਰਿਵਿਊ ਪੜ੍ਹ ਰਿਹਾ ਸੀ। ਕੋਈ ਬੜੇ ਵੱਡੇ ਇੱਕ ਬੁੱਧੀਜੀਵੀ ਨੇ ਉਸ ਕਿਤਾਬ ਦਾ, ਸਿੱਖੀਜ਼ਮ 'ਤੇ ਕੋਈ ਕਿਤਾਬ ਸੀ, ਰਿਵਿਊ ਲਿਖ ਰਿਹਾ ਸੀ ਔਰ ਉਸਨੇ ਉਹਦੇ 'ਚ ਬੜੀ ਇੱਕ ਚਿੰਤਾ ਜ਼ਾਹਿਰ ਕੀਤੀ। ਉਹ ਕਹਿੰਦਾ ਕਿ ਮੈਂ ਹੈਰਾਨ ਹਾਂ ਕਿ ਜਿਸ ਕੌਮ ਦਾ ਜਾਂ ਜਿਸ ਕਮਿਊਨਿਟੀ ਦਾ ਜਿਹੜਾ ਧਰਮ ਗ੍ਰੰਥ ਹੈ, ਗੁਰੂ ਗ੍ਰੰਥ ਸਾਹਿਬ, ਉਹਦੇ ਵਿੱਚ ਸਿਰਫ ਅਤੇ ਸਿਰਫ ਸਹਿਜਤਾ ਦੀ, ਸੰਜਮ ਦੀ ਗੱਲ ਹੈ, ਵਾਇਲੈਂਸ ਦੀ ਕਿੱਥੇ ਕੋਈ ਗੱਲ ਨਹੀਂ ਹੈ, ਪੂਰੀ ਮਨੁੱਖਤਾ ਦਾ ਉਹ ਗ੍ਰੰਥ ਹੈ। ਤਾਂ ਕੀ ਕਾਰਨ ਹੈ? ਉਹਦੇ ਕਸਟੋਡੀਅਨ ਜਿਹੜੇ ਨੇ ਛੋਟੀ ਛੋਟੀ ਗੱਲ 'ਤੇ ਵਾਇਲੈਂਟ ਕਿਉਂ ਹੋ ਜਾਂਦੇ ਨੇ? ਇਹ ਇੰਗਲਿਸ਼ ਟ੍ਰਿਬਿਊਨ ਦੇ ਵਿੱਚ ਉਹਦਾ ਰਿਵਿਊ ਆਇਆ ਸੀ। ਕਿੱਥੇ ਨਾ ਕਿੱਥੇ ਜਿਹੜਾ ਸਾਡਾ ਵੀ ਕੋਰਸ ਕਰਾਉਣ ਦਾ, ਇੱਥੇ ਸ਼ੁਰੂ ਕਰਨ ਦਾ ਸ਼ਾਇਦ ਮਤਲਬ ਇਹ ਹੀ ਸੀ ਔਰ ਸਾਡੀ ਚਿੰਤਾ ਵੀ ਇਹੀ ਹੈ ਔਰ ਅਸੀਂ ਇੱਥੇ ਚਿੰਤਨ ਵੀ ਇਹੀ ਕਰਦੇ ਹਾਂ। ਦੇਖੋ, ਨੌਲੇਜ ਜਿਹੜੀ ਹੈ ਨਾ, ਉਹ ਇੱਕ ਤਾਂ ਥਿਊਰੀ ਆਫ ਨੌਲੇਜ ਹੈ ਔਰ ਇੱਕ ਹੈ ਉਸ ਨੌਲੇਜ ਨੂੰ ਹਾਊ ਯੂ ਯੂਜ਼ ਦੈਟ ਨੌਲੇਜ, ਅਸੀਂ ਉਸ ਨੌਲੇਜ ਨੂੰ ਯੂਜ਼ ਕਿਵੇਂ ਕਰਦੇ ਹਾਂ। ਔਰ ਉਹ ਤਾਂ ਹੀ ਹੋ ਸਕਦਾ ਹੈ। ਇੱਥੇ ਮੈਂ ਪਿਛਲੀ ਵਾਰ ਵੀ ਗੱਲ ਕੀਤੀ ਸੀ ਕਿ ਰੀਡ ਦਾ ਲਾਈਨਸ, ਰੀਡ ਬਿਟਵੀਨ ਦਾ ਲਾਈਨਸ, ਰੀਡ ਬਿਹਾਈਂਡ ਦਾ ਲਾਈਨਸ। ਔਰ ਜਦ ਤੱਕ ਅਸੀਂ ਗੁਰਬਾਣੀ ਨੂੰ ਇਸ ਤਰ੍ਹਾਂ ਨਹੀਂ ਪੜ੍ਹਾਂਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਅਸੀਂ ਗੁਰਬਾਣੀ ਨੂੰ ਸਹੀ ਤਰੀਕੇ ਸਮਝ ਸਕਾਂਗੇ। ਹੁਣ ਅੱਜ ਦਾ ਸਾਡਾ ਵਿਸ਼ਾ ਸਿਰਫ ਇਹ ਹੈ ਕਿ ਪਹਿਲੀ ਗੱਲ ਤਾਂ ਨਿਤਨੇਮ ਸਾਡੀ ਇੱਕ ਰਹਿਤ ਦਾ ਹਿੱਸਾ ਹੈ ਔਰ ਅਸੀਂ ਨਿਤਨੇਮ ਅਸੀਂ ਲੋਕ ਬਹੁਤ ਕਰਦੇ ਹਾਂ ਸਵੇਰੇ ਸ਼ਾਮ। ਹੁਣ ਸੋਚਣਾ ਤਾਂ ਇਹੀ ਹੈ ਕਿ ਜਿਹੜਾ ਅਸੀਂ ਉਹ ਨਿਤਨੇਮ ਕਰ ਰਹੇ ਹਾਂ ਉਸ ਨਿਤਨੇਮ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਬਦਲਾਵ ਹੈ, ਇਹ ਆਪਣੇ ਮਨ ਅੰਦਰ ਜ਼ਰੂਰ ਅਸੀਂ ਝਾਂਕੀਏ। ਔਰ ਉਸ ਲਈ ਅਸੀਂ ਅੱਜ ਦਾ ਇਹ ਲੈਕਚਰ ਰੱਖਿਆ ਹੈ ਕਿ ਅਸੀਂ ਗੁਰਬਾਣੀ ਪੜ੍ਹਦੇ ਵੀ ਹਾਂ, ਅਸੀਂ ਸੁਣਦੇ ਵੀ ਹਾਂ ਔਰ ਬੜੀ ਵਾਰ ਅਸੀਂ ਜਿਵੇਂ ਕੋਰਸ ਵੀ ਕਰ ਰਹੇ ਹਾਂ
ਤਾਂ ਕਿੱਥੇ ਨਾ ਕਿੱਥੇ ਕਿਹੜੀਆਂ ਗੱਲਾਂ ਸਾਨੂੰ ਧਿਆਨ ਰੱਖਣੀਆਂ ਚਾਹੀਦੀਆਂ ਨੇ। ਅਸੀਂ ਪਾਠ ਕਰਦੇ ਹਾਂ ਤੇ ਕਿਉਂ ਕਰਦੇ ਹਾਂ, ਕਿਹਦੇ ਹਿੱਤ ਲਈ ਕਰਦੇ ਹਾਂ, ਇਸ ਬਾਰੇ ਡਾਕਟਰ ਜਸਵੰਤ ਸਿੰਘ ਜੀ ਅੱਜ ਦਾ ਵਿਸ਼ਾ ਲੈਣਗੇ। ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਜਵਾਨ ਜੀ। ਪਰਮ ਸਤਿਕਾਰਯੋਗ ਚੇਅਰਮੈਨ ਸਾਹਿਬ, ਮੈਡਮ ਭਾਵਨਾ ਜੀ ਅਤੇ ਹੋਰ ਸਾਰੇ ਹੀ ਆਦਰਯੋਗ ਵਿਦਿਆਰਥੀਓ, ਸਭ ਤੋਂ ਪਹਿਲਾਂ ਆਪਣੇ ਮਨਾਂ ਨੂੰ ਕੰਸਨਟਰੇਟ ਕਰਦੇ ਹੋਏ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਚੇਅਰਮੈਨ ਸਾਹਿਬ ਨੇ ਦੱਸਿਆ ਹੈ, ਅੱਜ ਦਾ ਸਾਡਾ ਟੌਪਿਕ ਹੈ ਬੇਸਿਕਲੀ ਵਾਈ ਡੂ ਵੀ ਪ੍ਰੇ ਇਨ ਇੰਗਲਿਸ਼ ਵਿੱਚ ਅਸੀਂ ਕਹਿੰਦੇ ਹਾਂ, ਕਿਉਂਕਿ ਇੰਗਲਿਸ਼ ਵਿੱਚ ਪ੍ਰੇ ਦਾ ਮਤਲਬ ਸਿਰਫ ਅਰਦਾਸ ਹੀ ਨਹੀਂ, ਉੱਥੇ ਸਾਡਾ ਪਾਠ ਕਰਨਾ, ਸਾਡਾ ਨਿਤਨੇਮ, ਸਾਡਾ ਸਹਿਜ ਪਾਠ, ਇਹ ਸਾਰਾ ਕੁਝ ਕਵਰ ਹੋ ਜਾਂਦਾ। ਸੋ ਇਸ ਦੇ ਜਿਹੜਾ ਬੇਸਿਕ ਕਨਸੈਪਟ ਆਪਾਂ ਵੇਖਣਾ ਹੈ ਵੀ ਅਸਲ ਵਿੱਚ ਅਸੀਂ ਆਪਣੀ ਜਦੋਂ ਅਸੀਂ ਗੱਲ ਕਰੀਏ, ਅਸੀਂ ਗੁਰਬਾਣੀ ਪੜ੍ਹਦੇ ਹਾਂ, ਪਾਠ ਕਰਦੇ ਹਾਂ, ਨਿਤਨੇਮ ਕਰਦੇ ਹਾਂ, ਸਹਿਜ ਪਾਠ ਕਰਦੇ ਹਾਂ, ਵੀ ਕੈਨ ਇਨਕਲੂਡ ਈਵਨ ਕੀਰਤਨ ਸੁਣਦੇ ਹਾਂ। ਇੱਕ ਬੜਾ ਵੱਡਾ ਕੁਐਸਚਨ ਹੈ, ਵਾਈ, ਕਿਉਂ ਕਰਦੇ ਹਾਂ ਅਸੀਂ। ਦੂਜਾ ਹੋਏਗਾ ਕਿ ਬਈ ਫਿਰ ਵੈਸੇ ਮੇਰੇ ਹਿਸਾਬ ਨਾਲ ਜੇ ਇਸ ਗੱਲ ਦੀ ਸਮਝ ਆ ਜਾਏ ਤੇ ਦੂਜੇ ਜਿਹੜਾ ਸਵਾਲ ਹੈ ਵੀ ਫਿਰ ਕਿਵੇਂ ਕਰਨਾ ਚਾਹੀਦਾ ਹੈ, ਉਹਦਾ ਜਵਾਬ ਵੀ ਆਪੇ ਆ ਜਾਂਦਾ। ਪਰ ਇਹ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਇਹਦੇ ਨਾਲ ਹੀ ਰਿਲੇਟਡ ਪੱਖ ਹੈ ਗੁਰਦੁਆਰਾ, ਕਿ ਇਸ ਤੋਂ ਪਹਿਲਾਂ ਕੁਐਸਚਨ ਬਣਦਾ ਹੈ, ਉਹ ਵੀ ਅੱਜ ਸਾਡੇ ਸਾਹਮਣੇ ਸੱਚੀ ਮੁੱਚੀ ਮੰਗਦਾ ਹੈ ਕਿ ਵੀ ਅਸੀਂ ਉਹਦੇ 'ਤੇ ਰਿਫਲੈਕਟ ਕਰੀਏ। ਅਸੀਂ ਗੁਰਦੁਆਰੇ ਕਿਉਂ ਜਾਂਦੇ ਹਾਂ? ਵਾਈ ਡੂ ਵੀ ਵਿਜਿਟ ਦੀ ਗੁਰਦੁਆਰਾ? ਇਹ ਸਵਾਲ ਇਸ ਕਰਕੇ ਹੈ, ਕੁਝ ਇੱਕ ਸੱਜਣ ਇਹ ਵੀ ਸੋਚ ਸਕਦੇ ਨੇ ਵੀ ਇਹ ਤਾਂ ਸਵਾਲ ਬਣਦੇ ਨਹੀਂ, ਸਿੱਖ ਗੁਰਦੁਆਰੇ ਕਿਉਂ ਜਾਂਦਾ ਹੈ ਜਾਂ ਪਾਠ ਕਿਉਂ ਕਰੀਦਾ ਹੈ, ਕਿਉਂ ਅਸੀਂ ਪਾਠ ਕਰਦੇ ਹਾਂ। ਪਰ ਮੈਂ ਸਮਝਦਾ ਹਾਂ ਵੀ ਅੱਜ ਦੀ ਤਰੀਕ ਵਿੱਚ ਜਿਹੜਾ ਪਹਿਲਾ ਸਵਾਲ ਹੈ ਕਿ ਅਸੀਂ ਗੁਰਦੁਆਰੇ ਕਿਉਂ ਜਾਂਦੇ ਹਾਂ, ਪਰਹੈਪਸ 90% ਸਿੱਖਾਂ ਨੂੰ ਸਾਨੂੰ ਇਹਦਾ ਕਲੀਅਰ ਜਵਾਬ ਪਤਾ ਨਹੀਂ, ਜਾਂ ਅਸੀਂ ਅਵੇਸਲੇ ਹਾਂ, ਜਾਂ ਸਾਡਾ ਸਿਸਟਮ ਇਸ ਤਰ੍ਹਾਂ ਦਾ ਬਣ ਗਿਆ ਹੈ ਵੀ ਸਾਨੂੰ ਕੁਝ ਸਮਝ ਨਹੀਂ ਆ ਰਹੀ ਵੀ ਸੱਚੀ ਮੁੱਚੀ ਅਸੀਂ ਕਾਹਦੇ ਲਈ ਇਹ ਕੰਮ ਕਰ ਰਹੇ ਹਾਂ। ਇਹਦੀ ਸ਼ੁਰੂਆਤ ਹੁੰਦੀ ਹੈ, ਮੈਨੂੰ ਇੱਕ ਈਮੇਲ ਕਿਸੇ ਨੇ ਭੇਜੀ ਅਤੇ ਉਹਦੇ 'ਤੇ ਇਸ ਬਾਰੇ ਡਿਸਕਸ਼ਨ ਕੀਤੀ ਹੋਈ ਸੀ। ਉਹ ਕਹਿੰਦਾ ਸੀ ਕਿ ਤੁਸੀਂ ਕਿਸੇ ਵੀ ਸਾਡੇ ਆਪਣੇ ਗੁਰਦੁਆਰੇ ਦੇ ਚਲੇ ਜਾਓ, ਉੱਥੇ ਜੋ ਸਿੱਖ ਨਿਕਲ ਰਹੇ ਨੇ ਜਾਂ ਜਾ ਰਹੇ ਨੇ ਉਹਨਾਂ ਨੂੰ ਇਹ ਸਵਾਲ ਪੁੱਛੋ, ਜਾਂ ਜਿਹੜਾ ਸਿੱਖ ਗੁਰਦੁਆਰੇ ਜਾ ਰਿਹਾ ਉਹਨਾਂ ਨੂੰ ਪੁੱਛੋ ਤੁਸੀਂ ਕਿੱਥੇ ਜਾ ਰਹੇ ਹੋ। ਅਤੇ ਉਹ ਕਹਿੰਦਾ ਸੀ ਵੀ 90% ਪਲੱਸ ਜਵਾਬ ਤੁਹਾਨੂੰ ਆਏਗਾ ਜੀ ਮੱਥਾ ਟੇਕਣ ਜਾ ਰਹੇ। ਉਹ ਆਂਦਾ ਫਿਰ ਤੁਸੀਂ ਕਿਸੇ ਦੇਹਧਾਰੀ ਗੁਰੂ ਨੂੰ ਮੰਨਣ ਵਾਲੇ ਲੋਕਾਂ ਦੇ ਉਹਨਾਂ ਦੇ ਡੇਰੇ ਦੇ ਬਾਹਰ ਖੜ੍ਹੇ ਹੋ ਜਾਓ, ਉਸ ਡੇਰੇ ਵਿੱਚ ਜਾਣ ਵਾਲੇ ਲੋਕਾਂ ਨੂੰ ਇਹੋ ਹੀ ਸਵਾਲ ਪੁੱਛੋ ਤੁਸੀਂ ਕਿੱਥੇ ਜਾ ਰਹੇ ਹੋ। ਉਹ ਕਹਿੰਦਾ ਉੱਥੇ ਜਵਾਬ ਆਏਗਾ, ਸਾਡਾ ਜਵਾਬ ਕੀ ਸੀ? ਮੱਥਾ ਟੇਕਣ ਜਾ ਰਹੇ। ਉੱਥੇ ਜਵਾਬ ਆਏਗਾ ਅਸੀਂ ਸੰਗਤ ਕਰਨ ਜਾ ਰਹੇ। ਐਂਡ ਆਈ ਵਾਜ਼ ਰੀਅਲੀ ਦਿਸ, ਇਹ ਜਿਹੜਾ ਸੈਂਟੈਂਸ ਸੀ ਮੇਰੇ ਲਈ ਬਹੁਤ ਵੱਡਾ ਸੀ ਵੀ ਸੱਚਮੁੱਚ ਇਹੋ ਹੀ ਕੁਝ ਹੋ ਰਿਹਾ। ਸਾਡੇ ਗੁਰੂ ਨੇ, ਗੁਰੂ ਨਾਨਕ ਸਾਹਿਬ ਨੇ ਬੇਸਿਕਲੀ ਇਹ ਸੰਗਤ ਦਾ ਅਤੇ ਸ਼ਬਦ ਦਾ ਕਨਸੈਪਟ ਲਿਆਂਦਾ ਸੀ। ਜੇ ਸਭ ਤੋਂ ਵੱਡੀ ਧਰਮ ਵਿੱਚ ਗੱਲ ਵੇਖੀ ਹੈ ਨਾ, ਉੱਥੇ ਜੋ ਮਿਸ ਹੋ ਰਿਹਾ ਸੀ ਉਹ ਸੀ ਕਿ ਲੋਕ ਸੰਗਤ ਕਰਨ ਦਾ ਜੋ ਆਈਡੀਆ ਸੀ ਉਹ ਗਵਾਚ ਗਿਆ ਸੀ ਸਾਡੇ ਧਰਮ ਦੇ ਵਿੱਚ, ਸਾਡੇ ਕਲਚਰ ਵਿੱਚੋਂ। ਲੋਕ ਮੰਦਰਾਂ ਵਿੱਚ ਜਾ ਕੇ ਪੂਜਾ ਕਰਦੇ, ਹੋਰ ਸਾਰਾ ਕੁਝ ਕਰਦੇ ਸੀ, ਪਰ ਉਹ ਕਿਤੇ ਵੀ ਸੰਗਤ ਨਾਂ ਦੀ ਚੀਜ਼ ਨਹੀਂ ਸੀ ਹੋ ਰਹੀ ਸੀ, ਜਿੱਥੇ ਕੋਈ ਲਰਨਿੰਗ ਦੀ ਗੱਲ ਹੋਵੇ, ਕੋਈ ਰਿਫਲੈਕਸ਼ਨ ਦੀ ਗੱਲ ਹੋਵੇ, ਕੁਛ ਅੰਡਰਸਟੈਂਡਿੰਗ ਦੀ ਗੱਲ ਹੋਵੇ। ਅਤੇ ਗੁਰੂ ਸਾਹਿਬਾਨ ਨੇ ਇਹ ਚੀਜ਼, ਇਹ ਪ੍ਰਥਾ ਕਹਿ ਲਓ, ਇਹ ਸਿਸਟਮ ਕਹਿ ਲਓ, ਇਹ ਇੰਸਟੀਟਿਊਸ਼ਨ ਕਹਿ ਲਓ, ਸ਼ੁਰੂਆਤ ਕੀਤਾ। ਅਤੇ ਇੱਕ ਛੋਟੀ ਜਿਹੀ ਲਾਈਨ ਭਾਈ ਗੁਰਦਾਸ ਜੀ ਕਹਿੰਦੇ ਨੇ ਵੀ ਉੱਥੇ ਕੀ ਹੋ ਰਿਹਾ, ਸੰਗਤ ਵਿੱਚ ਕੀ ਹੁੰਦਾ ਸੀ, ਅਤੇ ਉੱਥੇ ਕੀਰਤਨ, ਕਥਾ, ਇਸ ਦੇ ਇਲਾਵਾ ਬਹੁਤ ਖੂਬਸੂਰਤ ਉਹ ਲਿਖਦੇ ਨੇ, ਗਿਆਨ ਗੋਸ਼ਟ ਚਰਚਾ ਸਦਾ। ਇਹ ਭਾਈ ਗੁਰਦਾਸ ਲਿਖ ਰਹੇ ਨੇ ਵੀ ਗੁਰੂ ਨਾਨਕ ਸਾਹਿਬ ਨੇ ਜਦੋਂ ਕਰਤਾਰਪੁਰ ਆ ਕੇ ਸ਼ਹਿਰ ਵਸਾਇਆ ਅਤੇ ਉੱਥੇ ਸੰਗਤਾਂ ਜੁੜਦੀਆਂ ਨੇ, ਇਹ ਹੋ ਰਿਹਾ ਗਿਆਨ ਗੋਸ਼ਟ ਚਰਚਾ ਸਦਾ ਪਲੱਸ ਬਾਕੀ ਸਾਰਾ ਕੁਝ ਜਿਹੜਾ ਸੀ। ਸੋ ਵਾਟ ਵੀ ਸੀ ਰੀਅਲੀ ਵੀ ਸਾਡੇ 'ਚੋਂ ਬਹੁਤ ਸਾਰੇ ਸਿੱਖ ਅਸੀਂ ਸਿਰਫ ਮੱਥਾ ਟੇਕਣ ਹੀ ਜਾਂਦੇ ਹਾਂ, ਜਾਂ ਉੱਥੇ ਸ਼ਾਇਦ ਹੀ ਸਾਡੇ 'ਚੋਂ ਬਹੁਤ ਥੋੜ੍ਹੇ ਹੋਣਗੇ ਜੋ 2-4 ਮਿੰਟ ਬੈਠਦੇ ਹੋਣਗੇ, ਕਿਉਂਕਿ ਮਨ ਵਿੱਚ ਜੋ ਆਬਜੈਕਟਿਵ ਹੀ ਬਣਿਆ ਹੋਇਆ ਵੀ ਮੱਥਾ ਟੇਕ ਆਈ। ਅਤੇ ਬਾਕੀ ਇਹਦੇ 'ਚ ਹੁਣ ਐਨਾਲਾਈਜ਼ ਕਰਨ ਦੀ ਲੋੜ ਹੈ ਵੀ ਵਾਈ ਦਿਸ ਹੈਪਨਡ, ਕਿਉਂ ਹੋਇਆ ਇਸ ਤਰ੍ਹਾਂ। ਸੱਚੀ ਮੁੱਚੀ ਦੂਜੇ ਪਾਸੇ ਵੇਖੋ, ਉੱਥੇ ਲੋਕ ਭਾਵੇਂ ਹਫ਼ਤੇ 'ਚ ਇੱਕ ਦਿਨ ਜਾਣ, ਪਰ ਉਹ ਸੰਗਤ ਕਰਨ ਜਾ ਰਹੇ, ਉਹ ਕੁਝ ਸਿੱਖ ਕੇ ਆਉਂਦੇ ਨੇ, ਉਹ ਕੁਝ ਸਮਝ ਕੇ ਆਉਂਦੇ ਨੇ। ਇੱਕ ਸਿੱਖ
ਪਾਠ ਕਰਕੇ ਵੀ, ਗੁਰਦੁਆਰੇ ਜਾ ਕੇ ਵੀ, ਸਾਰਾ ਕੁਝ ਕਰਕੇ ਵੀ ਉਹ ਕੁਝ ਸਿੱਖ ਨਹੀਂ ਰਿਹਾ। ਉਹਨੂੰ ਕੁਝ ਸਮਝ ਨਹੀਂ ਆ ਰਿਹਾ। ਉਹ 10 ਸਾਲ ਬਾਅਦ ਵੀ, 20 ਸਾਲ ਬਾਅਦ ਵੀ ਸਭ ਕੁਝ ਕਰਾ ਕੇ ਵੀ ਉੱਥੇ ਦਾ ਉੱਥੇ ਹੀ ਖੜਾ ਹੋਇਆ। ਇਹਦਾ ਜਵਾਬ ਮੈਂ ਆਪ ਦੇਣ ਦੀ ਬਜਾਏ ਮੈਂ ਕੋਸ਼ਿਸ਼ ਕਰਾਂਗਾ ਸਿੱਖ ਰਹਿਤ ਮਰਿਆਦਾ ਅਤੇ ਗੁਰਬਾਣੀ ਵਿੱਚੋਂ ਤੁਹਾਨੂੰ ਦੱਸਾਂ। ਸਿੱਖ ਰਹਿਤ ਮਰਿਆਦਾ ਵਿੱਚ ਹੈਡਿੰਗ ਹੈ ਗੁਰੂ ਦਾ ਦਰਸ਼ਨ। ਅਸੀਂ ਗੁਰਦੁਆਰੇ ਜਾਂਦੇ, ਗੁਰੂ ਦਾ ਦਰਸ਼ਨ ਕਰਨ ਜਾਂਦੇ, ਅਤੇ ਉਹ ਲਿਖਦੇ ਨੇ ਵੀ ਗੁਰੂ ਦਾ ਦਰਸ਼ਨ ਕਿਵੇਂ ਹੁੰਦਾ ਹੈ। ਉਹਦੀਆਂ 3 ਚੀਜ਼ਾਂ ਉੱਥੇ ਲਿਖੀਆਂ ਹੋਈਆਂ ਨੇ। ਪਹਿਲਾ ਹੈ ਕਿ ਵੀ ਅਸੀਂ ਮੱਥਾ ਟੇਕਦੇ ਹਾਂ। ਦੂਜਾ ਹੈ ਕਿ ਅਸੀਂ ਸੰਗਤ ਵੱਲ ਨੂੰ ਆਪਣਾ ਸਿਰ ਨਿਵਾ ਕੇ ਅਤੇ ਮਨ ਵਿੱਚ ਫਤਿਹ ਬੁਲਾਉਂਦੇ। ਇਹ ਉੱਥੇ ਲਿਖਿਆ ਵੀ ਉਹ ਗੁਰੂ ਦਾ ਸਰੀਰਕ ਦਰਸ਼ਨ ਹੈ, ਸਾਧ ਸੰਗਤ ਦੇ ਰੂਪ ਵਿੱਚ। ਤੀਜੀ ਚੀਜ਼ ਲਿਖੀ ਹੈ ਵੀ ਪਰ ਇਹਨੂੰ ਸਾਰੇ ਨੂੰ ਜੋ ਕੰਪਲੀਟ ਕਰਦਾ ਹੈ ਨਾ ਗੁਰੂ ਦਾ ਦਰਸ਼ਨ, ਉਹ ਹੈ ਕਿ ਘੱਟ ਤੋਂ ਘੱਟ ਗੁਰੂ ਉਸ ਦਿਨ ਦਾ ਜੋ ਹੁਕਮ ਹੈ, ਮੁੱਖ ਵਾਕ ਹੈ, ਉਹ ਸਿੱਖ ਜਾਂ ਤਾਂ ਸੁਣੇ ਜਾਂ ਪੜ੍ਹੇ ਅਤੇ ਉਹਨੂੰ ਸਮਝ ਕੇ ਅਤੇ ਉਹਨੂੰ ਟੇਕ ਹੋਮ ਮੈਸੇਜ ਜਿਹੜਾ ਸਮਝ ਕੇ ਘਰ ਜਾਵੇ। ਇਹ ਉਹਨਾਂ ਦੇ ਲਿਖਣ ਦਾ ਮਤਲਬ ਸੀ ਵੀ ਦਿਸ ਇਜ਼ ਮਿਨੀਮਮ। ਅਦਰਵਾਈਜ਼ ਜੇ ਗੁਰਦੁਆਰੇ ਕੀਰਤਨ ਹੋ ਰਿਹਾ ਅਤੇ ਸਿੱਖ ਦਾ ਫਰਜ਼ ਹੈ ਬੇਸਿਕਲੀ, ਫਿਰ ਉਹ ਮੱਥਾ ਟੇਕਣ ਨਹੀਂ ਜਾ ਰਿਹਾ, ਉਹ ਕੀਰਤਨ ਸੁਣ ਜਾਣਾ ਚਾਹੀਦਾ। ਜੇ ਉੱਥੇ ਕਥਾ ਹੋ ਰਹੀ ਹੈ ਤਾਂ ਉਹ ਕਥਾ ਸੁਣਨ ਵਾਸਤੇ ਜਾਣਾ ਚਾਹੀਦਾ ਹੈ। ਜੇ ਉੱਥੇ ਹੋਰ ਕੋਈ ਪ੍ਰੋਗਰਾਮ ਹੋ ਰਿਹਾ ਤਾਂ ਉਹਦਾ ਆਬਜੈਕਟਿਵ ਜੋ ਹੈ ਨਾ ਉਹ ਹੋਣਾ ਚਾਹੀਦਾ। ਗੁਰਬਾਣੀ 'ਚ 1-2 ਤੁਕਾਂ ਨੇ ਬੜੀਆਂ ਪਿਆਰੀਆਂ। ਗੁਰਦੁਆਰਾ ਵੀ ਕਾਹਦੇ ਲਈ ਅਸੀਂ ਜਾਂਦੇ? ਗੁਰਦੁਆਰਾ ਹਰ ਕੀਰਤਨ ਸੁਣੀਐ, ਸਤਿਗੁਰ ਭੇਟ ਹਰ ਜਸ ਮੁਖ ਬਣੀਐ। ਗੁਰਦੁਆਰੇ ਅਸੀਂ ਜਾ ਰਹੇ ਹਾਂ ਕੀਰਤਨ ਸੁਣਨ ਲਈ। ਗੁਰਦੁਆਰੇ ਜਾ ਰਹੇ ਹਾਂ ਤਾਂ ਕਿ ਉੱਥੇ ਸਾਧ ਸੰਗਤ ਨੂੰ ਸਤਿਗੁਰੂ ਦੀ ਹਜ਼ੂਰ ਬੈਠ ਕੇ ਅਸੀਂ ਮੂੰਹ ਤੋਂ ਗੁਰੂ ਦਾ, ਪ੍ਰਭੂ ਦਾ ਜਸ ਗਾਈਏ। ਇੱਕ ਹੋਰ ਪੰਕਤੀ ਲਿਖਦੇ ਨੇ ਇਸ ਤੋਂ ਅੱਗੇ ਵੀ ਕੀ ਸਿਰਫ ਕੀਰਤਨ ਸੁਣਨ ਹੀ ਜਾ ਰਹੇ ਹਾਂ, ਉਸ ਤੋਂ ਅੱਗੇ, ਕਿਉਂਕਿ ਮੇਬੀ ਕੀਰਤਨ ਸੁਣਨਾ ਵੀ ਕਈ ਵਾਰ ਇੱਕ ਰਿਚੁਅਲ ਬਣ ਸਕਦੀ। ਕੀਰਤਨ ਸੁਣਨਾ ਵੀ ਆਪਣੇ ਆਪ ਵਿੱਚ ਇੱਕ ਕਰਮ ਕਾਂਡ ਦਾ ਰੂਪ ਲੈ ਸਕਦਾ। ਸੋ ਉਹ ਅੱਗੇ ਲਿਖਦੇ ਨੇ ਗੁਰੂ ਦੁਆਰੈ ਹੋਏ ਸੋਝੀ ਪਾਏ ਸੀ। ਮੇਰੇ ਲਈ ਇਹ ਪੰਕਤੀਆਂ ਬਹੁਤ ਹੀ ਖੂਬਸੂਰਤ ਨੇ ਐਂਡ ਦੀਜ਼ ਆਰ I would like to say the verses from Guru Granth Sahib which has really impacted on my life, which has really made me to think, is this the aim, the goal of my life that I should go to visit the Gurdwara or attend Sath Sangat? ਸੋ ਉੱਥੇ ਹੋਰ ਕੀ ਸੋਝੀ ਤੋਂ ਅੱਗੇ ਫਿਰ ਕੀ ਹੈ? ਸੋਝੀ ਉੱਥੋਂ ਪਤਾ ਲੱਗਦਾ ਵੀ ਇੱਥੋਂ ਸੋਝੀ ਲੈਣੀ ਕੁਝ। ਉਹ ਸੋਝੀ ਨੇ ਕੀ ਕਰਨਾ ਹੈ? ਅਗਲੀ ਪੰਕਤੀ ਹੈ ਏਤ ਦੁਆਰੈ ਧੋਏ ਹੱਛਾ ਹੋਏ ਸੀ। ਇੱਥੇ ਆਪਣੇ ਆਪ ਨੂੰ ਧੋ ਕੇ ਤੇ ਚੰਗਾ ਬਣਨਾ ਹੈ, ਆਪਣੀ ਲਾਈਫ ਨੂੰ ਇੰਪਰੂਵ ਕਰਨਾ ਹੈ, ਆਪਣੇ ਆਪ ਨੂੰ ਬੈਟਰ ਬਿਲਡ ਕਰਨਾ ਹੈ। ਕੀ ਇਹ ਅਸੀਂ ਕਰ ਰਹੇ ਹਾਂ? ਕੀ ਇਸ ਮਨਸ਼ਾ ਨਾਲ ਅਸੀਂ ਗੁਰਦੁਆਰੇ ਜਾ ਰਹੇ ਹਾਂ? ਕੀ ਇਹ ਕੁਝ ਹੋ ਰਿਹਾ ਹੈ? ਅੱਗੇ ਹੋਰ ਲਿਖਦੇ ਨੇ ਜੀ ਕੁਐਸਚਨ ਹੋਵੇ ਵੀ ਗੁਰਦੁਆਰੇ ਕਿਉਂ ਜਾਣਾ, ਅਤੇ ਇਹਦਾ ਜਵਾਬ ਆਮ ਅਸੀਂ ਦਿੰਦੇ ਹਾਂ ਜੀ ਵੀ ਗੁਰਦੁਆਰੇ ਜਾਂਦੇ ਹਾਂ ਟੂ ਸੀ ਗੋਡ। ਦੂਜਾ ਸਵਾਲ ਹੋਏਗਾ, ਜਵਾਬ ਹੋਏਗਾ ਟੂ ਸੀ ਦੀ ਗੁਰੂ ਜੀ। ਪਰ ਬੇਸਿਕਲੀ ਵੀ ਡੋਂਟ ਗੋ ਦੇਅਰ ਟੂ ਸੀ ਗੁਰੂ ਜੀ ਔਰ ਟੂ ਸੀ ਗੋਡ, ਬਿਕਾਜ਼ ਗੋਡ ਇਜ਼ ਐਵਰੀਵੇਅਰ। ਇਸੇ ਤਰ੍ਹਾਂ ਹੀ ਸਤਿਗੁਰੂ ਵੀ, ਗੁਰੂ ਵੀ, ਜਿੱਥੇ ਉਹਨੂੰ ਯਾਦ ਕਰੋ ਉੱਥੇ ਹੀ ਹੈ। ਗੁਰ ਮੇਰੇ ਸੰਗ ਸਦਾ ਹੈ, ਨਾਲੇ ਪੰਕਤੀ ਆਉਂਦੀ ਹੈ। ਸੋ ਇੱਥੇ ਬੜਾ ਖੂਬਸੂਰਤ ਹੈ ਵੀ ਉੱਥੋਂ ਜਿਹੜੀ ਸੋਝੀ ਮਿਲਣੀ ਹੈ ਨਾ, ਉਸ ਸੋਝੀ ਨੇ ਸਗੋਂ ਸਾਨੂੰ ਐਨਲਾਈਟਨ ਕਰਨਾ ਹੈ ਕਿ ਵਾਹਿਗੁਰੂ ਸਿਰਫ ਇੱਥੇ ਨਹੀਂ, ਉਹ ਤਾਂ ਹਰ ਥਾਂ ਹੀ ਹੈ। ਬੜੀ ਖੂਬਸੂਰਤ ਪੰਕਤੀ ਹੈ, ਪੇਜ ਹੈ 554 554। ਗੁਰੂ ਦੁਆਰੈ ਹੋਏ ਕੈ ਸਾਹਿਬ ਸੰਭਾਲੇ ਹੋ, ਸਾਹਿਬ ਸਦਾ ਹਜ਼ੂਰ ਹੈ। ਵੀ ਗੁਰਦੁਆਰੇ ਜਾਣ ਦਾ ਪਰਪਸ ਹੈ ਕਿ ਸਾਹਿਬ ਯਾਦ ਆਵੇ। ਅਤੇ ਅੱਗੋਂ ਫਿਰ ਗੁਰੂ ਸੋਝੀ ਦਿੰਦਾ ਹੈ ਸਾਹਿਬ ਕਿੱਥੇ ਹੈ? ਉਹ ਕਹਿੰਦਾ ਸਾਹਿਬ ਸਦਾ ਹਜ਼ੂਰ ਹੈ, ਪਰ ਮੈਂ ਕੇ ਛੋੜ ਕੱਟ ਕੇ ਅੰਤਰ ਜੋਤ ਧਰੇ ਹੋ। ਵੀ ਇਹਦੇ ਲਈ ਗੁਰਦੁਆਰੇ ਜਾ ਰਹੇ ਹਾਂ। ਸਾਡੇ ਮਨ ਦਾ ਜੋ ਭਰਮ ਬਣਿਆ ਹੋਇਆ ਹੈ ਕਿ ਸ਼ਾਇਦ ਵਾਹਿਗੁਰੂ ਜਾਂ ਗੁਰੂ ਸਿਰਫ ਖਾਸ ਕਿਸੇ ਗੁਰਦੁਆਰਾ ਸਾਹਿਬ ਵਿੱਚ ਹੀ ਹੈ, ਉਹ ਭਰਮ ਦੂਰ ਹੋ ਕੇ ਅਤੇ ਸਤਿਗੁਰੂ ਇਹ ਸਾਨੂੰ ਐਨਲਾਈਟਨ ਕਰਦਾ ਹੈ ਕਿ ਵੀ ਵਾਹਿਗੁਰੂ ਸਾਹਿਬ ਤਾਂ ਸਦਾ ਹੀ ਹੈ ਅਤੇ ਉਹ ਤਾਂ ਹਰ ਥਾਂ ਵਿਆਪਕ ਹੈ। ਉਹਦੀ ਜੋਤ ਨੂੰ, ਉਹਦੀ ਰੀਅਲਾਈਜੇਸ਼ਨ ਨੂੰ ਆਪਣੇ ਅੰਦਰ, ਆਪਣੇ ਮਨ ਵਿੱਚ ਅਸੀਂ ਪੱਕਾ ਕਰਨਾ ਹੈ। ਇਹ ਪਰਪਸ ਹੈ। ਇਹ ਮਤਲਬ ਗੁਰਦੁਆਰੇ ਜਾਣ ਲਈ ਇਹ ਸਾਡੇ ਸਾਹਮਣੇ ਹੈ। ਇੱਕ ਹੋਰ ਪੰਕਤੀ ਆਉਂਦੀ ਹੈ, ਕੁਝ ਲੋਕ ਕਹਿਣਗੇ ਜੀ ਗੁਰਦੁਆਰੇ ਅਸੀਂ ਜਾਂਦੇ ਹਾਂ ਟੂ ਫਾਈਂਡ ਪੀਸ, ਟੂ ਫਾਈਂਡ ਹੈਪੀਨੈਸ, ਸੁੱਖ ਲੱਭਣ ਜਾਂਦੇ, ਐਂਡ ਪਰਹੈਪਸ ਦਿਸ ਇਜ਼ ਵਾਟ ਵੀ ਡੂ। ਇਹਦੇ ਲਈ ਹੁਣ ਪੰਕਤੀ ਆਉਂਦੀ ਹੈ ਗੁਰਬਾਣੀ ਦੀ ਬਹੁਤ ਖੂਬਸੂਰਤ। ਕਹਿੰਦੇ ਨੇ ਆਨੰਦ ਸਾਹਿਬ ਵਿੱਚੋਂ, ਜਿਸ ਨੂੰ ਕਥਾ ਸੁਣਾਏ ਹੈ ਆਪਣੀ, ਸੇ ਗੁਰਦੁਆਰੇ ਸੁਖ ਪਾਵਹਿ। ਸੁੱਖ ਦੀ ਗੱਲ ਹੈ, ਪਰ ਸੁੱਖ ਕਿਹਨਾਂ ਨੂੰ ਮਿਲਦਾ? ਸੁੱਖ ਕੌਣ ਪਾਉਂਦੇ ਨੇ?
ਜਿਹੜੇ ਗੁਰੂ ਦੇ ਥਰੂ, ਗੁਰੂ ਦੇ ਜਰੀਏ ਸਤ ਸੰਗਤ ਕਰਕੇ ਗੁਰੂ ਦੀ ਜੋ ਬਾਣੀ ਦੀ ਕਥਾ ਹੈ ਉਹਨੂੰ ਸਰਵਣ ਕਰਦੇ ਤੇ ਉੱਥੋਂ ਸੋਝੀ ਲੈਂਦੇ ਨੇ, ਉਸ ਸੋਝੀ ਮੁਤਾਬਕ ਆਪਣੇ ਆਪ ਨੂੰ ਢਾਲਦੇ ਨੇ ਤੇ ਉੱਥੋਂ ਫਿਰ ਸੁੱਖ ਪ੍ਰਾਪਤ ਹੁੰਦਾ। ਇਹਦੇ ਨਾਲ ਹੀ ਅਗੇਨ ਫਰਮ ਸਿੱਖ ਕੋਡ ਆਫ ਕੰਡਕਟ, ਸਿੱਖ ਰਹਿਤ ਮਰਿਆਦਾ ਵਿੱਚ ਬੜੇ ਖੂਬਸੂਰਤ ਤਰੀਕੇ 'ਚ ਲਿਖਿਆ। ਆਈ ਵੁੱਡ ਲਾਈਕ ਟੂ ਰਿਕੁਐਸਟ ਵੀ ਤੁਸੀਂ ਸਾਰੇ ਹੀ, ਤੁਹਾਡੇ ਕੋਲ ਕਾਪੀਆਂ ਹੋਣਗੀਆਂ ਸਿੱਖ ਰਹਿਤ ਮਰਿਆਦਾ ਦੀਆਂ, ਉੱਥੇ ਜਰਾ ਨਾ ਜਾ ਕੇ ਦੇਖਿਓ। ਤੇ ਮੈਂ ਸਮਝਦਾ ਵੀ ਸਾਡੇ ਪੁਰਖੇ ਕਿੱਡੇ ਸਿਆਣੇ ਸੀ, ਉਹਨਾਂ ਨੇ ਬਹੁਤ ਹੀ ਕਲੈਰਿਟੀ ਨਾਲ ਲਫ਼ਜ਼ ਉੱਥੇ ਲਿਖੇ ਹੋਏ ਨੇ। ਹਾਂਜੀ, ਚੇਅਰਮੈਨ ਸਾਹਿਬ ਕਹਿੰਦੇ ਨੇ ਵੀ ਹਰ ਵਾਰ ਇਹ ਸਿੱਖ ਰਹਿਤ ਮਰਿਆਦਾ ਦੀਆਂ ਕਾਪੀਆਂ ਇੰਗਲਿਸ਼ ਤੇ ਪੰਜਾਬੀ ਵਾਲੀਆਂ ਜਿਹੜੀਆਂ ਵੰਡਦੇ ਨੇ ਸਾਨੂੰ ਸਾਰਿਆਂ ਨੂੰ, ਨੈਕਸਟ ਵੀਕ ਵੰਡੀਆਂ ਜਾਣਗੀਆਂ। ਉੱਥੇ ਇੰਗਲਿਸ਼ ਵਿੱਚ ਲਿਖਿਆ ਹੋਇਆ ਹੈ ਆਬਜੈਕਟਿਵ ਆਫ ਵਿਜ਼ਿਟਿੰਗ ਦੀ ਗੁਰਦੁਆਰਾ, ਵੀ ਗੁਰਦੁਆਰੇ ਜਾਣ ਦਾ ਪਰਪਸ ਕੀ, ਮਕਸਦ ਕੀ ਹੈ। ਉਹ ਲਿਖਦੇ ਨੇ ਅੰਡਰਸਟੈਂਡਿੰਗ ਐਂਡ ਰਿਫਲੈਕਟਿੰਗ ਔਨ ਗੁਰਬਾਣੀ। ਗੁਰਦੁਆਰੇ ਜਾਣ ਦਾ ਪਰਪਸ ਕੀ ਹੈ? ਅੰਡਰਸਟੈਂਡਿੰਗ ਐਂਡ ਰਿਫਲੈਕਟਿੰਗ ਔਨ ਗੁਰਬਾਣੀ। ਵਾਈ? ਬਿਕੋਜ਼ ਦੇ ਸੇ, ਰੀਜ਼ਨ ਵੀ ਲਿਖਦੇ ਨੇ, ਵਾਈਲ ਪਾਰਟਿਸਿਪੇਟਿੰਗ ਇਨ ਕੰਗਰੀਗੇਸ਼ਨਲ ਗੈਦਰਿੰਗਸ, ਸਾਧ ਸੰਗਤ, one is more easily and deeply affected by ਗੁਰਬਾਣੀ। ਲੌਜਿਕ ਵੀ ਦਿੱਤਾ ਉਹ ਕਿ ਸੰਗਤ ਵਿੱਚ ਬੈਠ ਕੇ ਉੱਥੇ ਉਸ ਬਾਣੀ ਨੂੰ ਸੁਣ ਕੇ ਸਮਝ ਕੇ ਬੰਦੇ ਦੇ ਮਨ 'ਤੇ ਜ਼ਿਆਦਾ ਪ੍ਰਭਾਵ ਪੈਂਦਾ ਹੈ। ਬੰਦਾ ਉੱਥੋਂ ਇੱਕ ਬੈਟਰ ਤਰੀਕੇ ਨਾਲ ਕਨਸਨਟਰੇਟਡ ਹੋ ਕੇ, ਫੋਕਸਡ ਹੋ ਕੇ ਬੈਠਾ ਸਿੱਖ ਸਕਦਾ। ਪਰ ਉਹ ਕਹਿੰਦੇ ਵੀ ਇਹ ਪਰਪਸ ਇਹ ਹੈ, ਇਸ ਵਾਸਤੇ ਅਸੀਂ ਜਾਣਾ। ਭਾਈ ਗੁਰਦਾਸ ਵੀ ਲਿਖਦੇ ਨੇ ਤੇ ਬਹੁਤ ਹੀ ਖੂਬਸੂਰਤ ਉਹਨਾਂ ਦੇ ਲਫ਼ਜ਼ ਮੈਨੂੰ ਲੱਗਦੇ। ਉਹ ਕਹਿੰਦੇ ਵੀ ਗੁਰੂ ਦੀ ਸਿੱਖੀ ਨੂੰ ਜੇ ਦੇਖਣਾ ਹੋਵੇ ਨਾ, ਗੁਰੂ ਦੀ ਸਿੱਖੀ ਕੀ ਹੈ ਉਹਨੂੰ ਸਮਝਣਾ ਹੋਵੇ, ਲਰਨ ਕਰਨਾ ਹੋਵੇ, ਤੇ ਉਹਦੀ ਜਗ੍ਹਾ ਹੀ ਹੈ ਵੀ ਸਾਧ ਸੰਗਤ ਗੁਰੂ ਦਾ ਦੁਆਰਾ। ਬਹੁਤ ਹੀ ਖੂਬਸੂਰਤ ਉਹਨਾਂ ਦੇ ਬਚਨ ਨੇ, ਗੁਰ ਸਿੱਖੀ ਦਾ ਦੇਖਣਾ ਗੁਰਮੁਖ ਸਾਧ ਸੰਗਤ ਗੁਰਦੁਆਰਾ। ਯਾਨੀ ਕਿ ਗੁਰਦੁਆਰੇ ਜਾਣ ਦਾ ਮਕਸਦ ਮੇਰੇ ਸਾਹਮਣੇ ਇਹ ਪ੍ਰਤੱਖ ਹੋ ਰਿਹਾ ਵੀ ਇਹ ਹੈ, ਮੈਂ ਉੱਥੋਂ ਗੁਰੂ ਦੀ ਸਿੱਖੀ ਨੂੰ ਸਿੱਖਣ ਜਾ ਰਿਹਾ ਹਾਂ। ਮੈਂ ਉੱਥੇ ਗੁਰੂ ਦੀ ਸਿੱਖੀ ਦਾ ਪਰਸੈਪਸ਼ਨ ਆਪਣੇ ਮਨ ਵਿੱਚ ਪੱਕਾ ਕਰਨ ਲਈ, ਗੇਨ ਕਰਨ ਵਾਸਤੇ ਜਾ ਰਿਹਾ। ਅਗੇਨ ਲੈਟ ਅਸ ਕਮ ਬੈਕ ਟੂ ਸਿੱਖ ਰਹਿਤ ਮਰਿਆਦਾ। ਉੱਥੇ ਫਿਰ ਲਿਖਦੇ ਨੇ ਵੀ ਇਸ ਕਰਕੇ ਸਿੱਖ ਲਈ ਜ਼ਰੂਰੀ ਹੈ ਕਿ ਉਹ ਗੁਰਦੁਆਰੇ ਜਾਵੇ, ਬਟ ਉਹਦਾ ਰੀਜ਼ਨ ਬੜਾ ਸੋਹਣਾ ਦਿੰਦੇ ਨੇ, ਇਟ ਇਜ਼ ਨੈਸੈਸਰੀ ਫॉर ਅ ਸਿੱਖ ਟੂ ਵਿਜ਼ਿਟ ਦੀ ਪਲੇਸਿਸ ਵੇਅਰ ਸਿੱਖਸ ਕੰਗਰੀਗੇਟ, ਜਿੱਥੇ ਸਿੱਖ ਸਤ ਸੰਗਤ ਲੱਗਦੀ, ਸੰਗਤ ਹੁੰਦਾ, ਕੀਰਤਨ ਹੁੰਦਾ ਹੈ। ਕਾਹਦੇ ਲਈ? ਜੁਆਇਨ ਦੀ ਕੰਗਰੀਗੇਸ਼ਨ, ਸੰਗਤ, ਸਾਧ ਸੰਗਤ ਜੁਆਇਨ ਕਰਨੀ, ਐਂਡ ਪਾਰਟੇਕ ਦੀ ਬੈਨੀਫਿਟਸ, ਉੱਥੋਂ ਲਾਭ ਉਠਾਉਣਾ, ਦੈਟ ਦੀ ਸਟੱਡੀ ਆਫ ਦੀ ਹੋਲੀ ਸਕ੍ਰਿਪਚਰਸ ਬਿਸਟੋ। ਇਹ ਬੜੇ ਖੂਬਸੂਰਤ ਲਫ਼ਜ਼ ਨੇ। ਸਿੱਖ ਗੁਰਦੁਆਰੇ ਜਾਵੇ, ਸੰਗਤ ਕਰੇ, ਉੱਥੇ ਬੈਠੇ ਤੇ ਹੋਲੀ ਸਕ੍ਰਿਪਚਰਸ ਦੀ, ਗੁਰੂ ਗ੍ਰੰਥ ਸਾਹਿਬ, ਗੁਰਬਾਣੀ, ਉਹਦੀ ਸਟੱਡੀ ਦੇ ਜੋ ਬੈਨੀਫਿਟਸ ਨੇ, ਜੋ ਬਲੈਸਿੰਗਸ ਨੇ, ਉਹਨਾਂ ਨੂੰ ਗੇਨ ਕਰੇ ਉੱਥੋਂ। ਇਸ ਵਾਸਤੇ ਅਸੀਂ ਉੱਥੇ, ਤੇ ਸੱਚਮੁੱਚ ਤੁਸੀਂ ਵੇਖੋਗੇ ਅਸੀਂ ਆਪਣੇ ਵੱਲ ਵੀ ਇਨਕਲੂਡਡ ਹਾਂ, ਹੋਰ ਚਾਰ ਚੁਫੇਰੇ ਵੀ ਸਾਡੇ 'ਚੋਂ ਬਹੁਤਾ ਸਿਸਟਮ ਇਸ ਤਰ੍ਹਾਂ ਡਾਇਲਿਊਟ ਅਸੀਂ ਕਰ ਲਿਆ ਹੈ, ਇਸ ਤਰ੍ਹਾਂ ਦਾ ਬਣ ਗਿਆ ਹੈ ਕਿ ਅਸੀਂ ਸੱਚੀ ਮੁੱਚੀ ਸਿਰਫ ਮੱਥਾ ਟੇਕਣ ਹੀ ਜਾ ਰਹੇ। ਮੱਥਾ ਇਸ ਕਰਕੇ ਵੀ ਕਿਉਂਕਿ ਉੱਥੋਂ ਸਾਨੂੰ ਫਿਰ ਸੈਟਿਸਫੈਕਸ਼ਨ ਨਹੀਂ ਮਿਲਦੀ, ਇਸ ਕਰਕੇ ਫਿਰ ਅਸੀਂ ਮੱਥਾ ਵੀ ਇੱਕ ਜਗ੍ਹਾ ਨਹੀਂ ਕਈ ਜਗ੍ਹਾ ਟੇਕਦੇ ਹਾਂ। ਫਿਰ ਅਸੀਂ ਨਿਸ਼ਾਨ ਸਾਹਿਬ, ਹੋਰ ਜੋ ਵੀ ਕੁਛ ਮਿਲ ਜਾਵੇ, ਹਰ ਤੁਸੀਂ ਵੇਖੋਗੇ ਕਿਤੇ ਪਰਿਕਰਮਾ ਹੋ ਰਹੀ ਹੈ, ਕਿਤੇ ਮੱਥਾ ਟੇਕਾ ਜਾ ਰਿਹਾ, ਉਸ ਤੋਂ ਬਾਅਦ ਇਮੀਡੀਏਟਲੀ ਅਸੀਂ ਲੰਗਰ ਵੱਲ ਚਲੇ ਜਾਂਦੇ ਹਾਂ, ਲੰਗਰ ਛਕ ਕੇ ਐਂਡ ਵੀ ਕਮ ਬੈਕ। ਇਹਦੇ ਕਿਤੇ ਵੀ ਇਹਦੇ ਵਿੱਚ ਕਿਤੇ ਲਰਨਿੰਗ ਦੀ ਗੱਲ, ਉਹ ਜੋ ਗੁਰਬਾਣੀ ਦੀ ਗੱਲ ਸੀ, ਕੀਰਤਨ ਦੀ, ਕਥਾ ਦੀ, ਸੋਝੀ ਜੀ, ਆਪਣੇ ਆਪ ਨੂੰ ਧੋਏ ਹੱਛਾ ਹੋਏ ਸੀ ਵਾਲੀ, ਉਹ ਸਾਰੀ ਦੀ ਸਾਰੀ ਮਿਸਿੰਗ ਹੋ ਰਹੀ। ਸੋ ਦਿਸ ਵਾਜ਼ ਦੀ ਫਸਟ ਪਾਰਟ ਵੀ ਆਈ ਥਿੰਕ ਸਾਨੂੰ ਸਾਰਿਆਂ ਨੂੰ ਬਹੁਤ ਕਲੀਅਰ ਹੋਣਾ ਚਾਹੀਦਾ ਹੈ, ਜੇ ਕਿਤੇ ਜਿੱਥੇ ਕਮੀਆਂ ਪੇਸ਼ੀਆਂ ਨੇ ਉਹ ਇੰਡੀਵਿਜੂਅਲੀ ਅਸੀਂ ਉਹਦੇ ਲਈ ਕੰਮ ਕਰਨਾ ਹੈ, ਅਤੇ ਕੋਲੈਕਟਿਵਲੀ ਸਾਨੂੰ ਸਾਰਿਆਂ ਨੂੰ ਚਾਹੀਦਾ ਜੇ ਸਿਸਟਮ, ਕਿਉਂਕਿ ਸਾਡੇ ਬਹੁਤ ਸਾਰੇ ਸੱਜਣਾਂ ਦਾ ਇਹ ਜਵਾਬ ਹੁੰਦਾ ਜੀ ਸਾਡੇ ਸਿਸਟਮ ਵਿੱਚ ਖਰਾਬੀ ਆ ਗਈ, ਪਰ ਅਸੀਂ ਸਾਰੇ ਉਸ ਸਿਸਟਮ ਦਾ ਹਿੱਸਾ ਹਾਂ। ਉਸ ਸਿਸਟਮ ਨੂੰ ਇੰਪਰੂਵ ਕਰਨਾ, ਉਸ ਸਿਸਟਮ ਉਹਨੂੰ ਬੈਟਰ ਕਰਨ ਵਾਸਤੇ ਵੀ ਕੰਮ ਕਰਨਾ, ਇਹ ਵੀ ਸਾਡੀ ਰਿਸਪੋਂਸਿਬਿਲਿਟੀ ਬਣਦੀ। ਐਂਡ ਪਰਹੈਪਸ ਇਹ ਜੋ ਤੁਸੀਂ ਵੇਖ ਰਹੇ ਹੋ ਕਿ ਚੇਅਰਮੈਨ ਸਾਹਿਬ ਦੀ ਯੋਗ ਅਗਵਾਈ ਨਾਲ ਇਹ ਇੱਕ ਸਿਸਟਮ ਅਸੀਂ ਕ੍ਰੀਏਟ ਕੀਤਾ ਆਪ ਜੀ ਸਾਰਿਆਂ ਨੇ, ਕਿ ਜਿੱਥੇ ਬੈਠ ਕੇ ਤੁਸੀਂ ਵੇਖੋ ਸਾਰੇ ਮੇਰੇ ਤੋਂ ਸਿਆਣੇ ਸੱਜਣ ਨਜ਼ਰ ਆ ਰਹੇ ਹੋ, ਇੱਥੇ ਬੈਠ ਕੇ 1.5 ਘੰਟਾ 2 ਘੰਟੇ ਅਸੀਂ ਲੈਕਚਰ ਸੁਣਦੇ ਹਾਂ, ਅਸੀਂ ਕੰਟੈਂਪਲੇਟ ਕਰਦੇ ਹਾਂ, ਅਸੀਂ ਰਿਫਲੈਕਟ ਕਰਦੇ ਹਾਂ। ਪਰਹੈਪਸ ਗੁਰੂਆਂ ਵੇਲੇ ਜਦੋਂ ਮੈਂ ਵੇਖਦਾ ਤਾਂ ਮੈਨੂੰ ਲੱਗਦਾ ਵੀ ਗੁਰੂ ਸਾਹਿਬ ਦੇ ਮਨ ਵਿੱਚ ਮਤਲਬ ਇੱਦਾਂ ਦਾ ਹੀ ਕੋਈ ਉੱਥੇ ਚੱਲ ਰਿਹਾ ਉਹਨਾਂ ਦੇ, ਉਹ ਜੋ ਆਈਡੀਆ ਲੈ ਕੇ ਆਏ ਨੇ ਇਸ ਤਰ੍ਹਾਂ ਹੀ ਆ ਵੀ ਲੋਕ ਇਕੱਠੇ ਹੋ ਕੇ ਮਨ ਜੋੜ ਕੇ ਬੈਠਣ, ਕੁਝ ਸੁਣਨ, ਕੁਝ ਰਿਫਲੈਕਸ਼ਨ ਹੋਵੇ, ਉੱਥੋਂ ਸੋਝੀ ਗੇਨ ਹੋਵੇ ਅਤੇ ਆਪੋ ਆਪਣੀ ਲਾਈਫ ਨੂੰ ਫਿਰ ਚੇਂਜ ਕੀਤਾ ਜਾਵੇ। ਜੇ ਧਰਮ ਸਥਾਨ ਤੋਂ ਇਹ ਚੀਜ਼ ਨਹੀਂ ਹੋ ਰਹੀ, ਨਹੀਂ ਮਿਲ ਰਹੀ, ਤਾਂ ਇਹਦਾ ਮਤਲਬ ਫਿਰ ਵੀ ਆਰ ਰੀਅਲੀ ਮਿਸਿੰਗ ਸਮਥਿੰਗ ਦੈਟ ਵੀ ਸ਼ੁੱਡ ਹੈਵ ਬੀਨ
giving and sharing with people. Let me now come to the major part, ਜਿਹੜਾ second part ਸਾਡਾ ਹੈਗਾ, why do we pray? ਅਸੀਂ ਪਾਠ ਕਿਉਂ ਕਰਦੇ ਹਾਂ? ਤੁਸੀਂ ਇਸ ਲੈਕਚਰ ਤੋਂ ਬਾਅਦ ਮੇਬੀ ਜਾ ਕੇ ਇਹ ਪ੍ਰੈਕਟੀਕਲ ਕਰਕੇ ਦੇਖ ਲਿਓ। ਤੁਸੀਂ ਯੂ ਕੈਨ ਚੂਜ਼ 10 ਡਿਫਰੈਂਟ ਪੀਪਲ, 10 ਲੋਕਾਂ ਨੂੰ ਪੁੱਛੋ ਜਿਹੜੇ ਸਿੱਖ ਨੇ, ਪਾਠ ਕਰਨ ਵਾਲੇ, ਸਹਿਜ ਪਾਠ ਨਿਤਨੇਮ, ਵੀ ਉਹ ਕੀ ਭਲਾ ਇਹਦਾ ਜਵਾਬ ਦਿੰਦੇ ਨੇ। ਮੈਂ ਵੇਖਿਆ ਵੀ ਪਰਹੈਪਸ ਕੋਈ ਵਿਰਲੇ ਨੂੰ ਛੱਡ ਕੇ ਕਿਸੇ ਨੇ ਵੀ ਇਹਦਾ ਜੋ ਠੀਕ ਜਵਾਬ ਜੋ ਗੁਰਬਾਣੀ 'ਚੋਂ ਸਾਨੂੰ ਮਿਲਦਾ ਹੈ ਉਹ ਨਹੀਂ ਦਿੱਤਾ। ਸਾਡੇ ਬਹੁਤਿਆਂ ਦੇ ਸਾਡੇ ਜਵਾਬ ਸੀ ਜੀ, ਪਹਿਲੇ ਇੱਕ ਦੋ ਸੱਜਣ ਤੇ ਕਹਿਣ ਲੱਗੇ ਵੀ ਇਹ ਤਾਂ ਕੋਈ ਕੁਐਸਚਨ ਨਹੀਂ ਬਣਦਾ, ਵੀ ਪਾਠ ਕਿਉਂ ਕਰਨਾ ਚਾਹੀਦਾ ਹੈ, ਪਾਠ ਕਿਉਂ ਕਰਦੇ ਆਂਦੇ ਤੇ ਕਰਦੇ ਹੀ। ਮੈਂ ਕਿਹਾ ਵੀ ਫਿਰ ਵੀ ਜ਼ਰਾ ਸੋਚੋ ਵੀ ਤੁਸੀਂ ਕਾਹਦੇ ਲਈ ਕਰ ਰਹੇ ਹੋ। ਅਸੀਂ ਘਰਾਂ ਸਹਿਜ ਪਾਠ ਕਰ ਰਹੇ ਹਾਂ, ਅਖੰਡ ਪਾਠ ਕਰ ਰਹੇ ਹਾਂ, ਮੋਟਿਵ ਕੀ ਹੈ ਉਹਦੇ ਪਿੱਛੇ? ਅਤੇ ਬਹੁਤ ਸਾਰੇ ਮੋਰ ਦੈਨ 50% ਜਿਵੇਂ ਕਿ ਸਾਈਕੋਲੋਜੀਕਲੀ ਰਿਸਰਚ ਆਉਂਦੀ ਆ ਵੀ ਸਾਡੇ 'ਚ ਮੈਜੋਰਿਟੀ ਆਫ ਪੀਪਲ ਨੂੰ ਦੇਰ ਇਜ਼ ਨੋ ਕਲੈਰਿਟੀ ਆਫ ਮਾਈਂਡ। ਸਾਡੇ 'ਚੋਂ ਬਹੁਤਾਤ ਲੋਕਾਂ ਨੂੰ ਪਤਾ ਹੀ ਨਹੀਂ ਉਹ ਕੀ ਚਾਹ ਰਹੇ ਨੇ, ਕੀ ਗੇਨ ਕਰਨਾ ਚਾਹੁੰਦੇ ਨੇ, ਉਹ ਲਾਈਫ ਵਿੱਚ ਚਾਹੁੰਦੇ ਕੀ ਨੇ, ਕਲੈਰਿਟੀ ਨਹੀਂ ਹੈਗੀ ਉੱਥੇ। ਸੋ ਇੱਥੇ ਵੀ ਬਹੁਤਿਆਂ ਦਾ ਜਵਾਬ ਸੀ ਵੀ ਅਸੀਂ ਜੀ ਰੱਬ ਵਾਸਤੇ ਕਰਦੇ ਹਾਂ, ਕੁਝ ਦਾ ਜਵਾਬ ਸੀ ਜੀ ਅਸੀਂ ਗੁਰੂ ਵਾਸਤੇ ਕਰਦੇ, ਗੁਰੂ ਸਾਹਿਬ ਵਾਸਤੇ। ਪਰ ਜਿਹੜਾ ਸੋਚ ਕੇ ਵੇਖੋ ਵੀ ਕੀ ਅਸੀਂ ਪਾਠ ਗੁਰੂ ਸਾਹਿਬ ਵਾਸਤੇ ਕਰ ਰਹੇ ਹਾਂ? ਜਵਾਬ ਵਧੀਆ ਲੱਗਦਾ ਵੀ ਗੁਰੂ ਸਾਹਿਬ ਲਈ ਕਰ ਰਹੇ ਹਾਂ, ਪਰ ਜਿਹੜਾ ਸੋਚੋ, ਮੈਂ ਕਿਹਾ ਵੀ ਗੁਰੂ ਸਾਹਿਬ ਨੇ ਤਾਂ ਪਾਠ ਕਰਕੇ ਅਤੇ ਲਿਖ ਕੇ ਸਾਨੂੰ ਦੇ ਗਏ ਨੇ ਸਾਡੇ ਵਾਸਤੇ, ਅਸੀਂ ਉਹਨਾਂ ਲਈ ਕਿਉਂ ਕਰਾਂਗੇ ਬਈ? ਫਿਰ ਕਹਿਣ ਲੱਗੇ ਜੀ ਨਹੀਂ ਅਸੀਂ ਵੀ ਆਰ ਡੂਇੰਗ ਫॉर ਗੋਡ, ਰੱਬ ਲਈ ਕਰ ਰਹੇ ਹਾਂ। ਇਹ ਵੀ ਮੈਨੂੰ ਲੱਗਾ ਵੀ ਗੱਲ ਕੁਝ ਜੱਚਦੀ ਨਹੀਂ। ਰੱਬ ਲਈ ਅਸੀਂ ਕਿਉਂ ਪਾਠ ਕਰਾਂਗੇ? ਰੱਬ ਨੂੰ ਸਾਡੇ ਪਾਠ ਕਰਨ ਦਾ ਜਾਂ ਨਾ ਕਰਨ ਦਾ ਕੀ ਫਾਇਦਾ ਅਤੇ ਕੀ ਨੁਕਸਾਨ ਹੈ? ਹੁਣ ਤਾਂ ਕੋਈ ਨੁਕਸਾਨ ਨਹੀਂ ਹੋ ਸਕਦਾ। ਫਿਰ ਇੱਕ ਵਾਰ ਮੈਂ ਇਹ ਸਵਾਲ ਬੱਚਿਆਂ ਦੀ ਕਲਾਸ ਸੀ ਉਹਨਾਂ ਨੂੰ ਪੁੱਛਿਆ, ਅਤੇ ਬੱਚੇ ਸਾਡੇ ਨੂੰ ਜ਼ਿਆਦਾ ਓਨੈਸਟ ਹੁੰਦੇ ਨੇ, ਇਸ ਕਰਕੇ ਉਹਨਾਂ 'ਚੋਂ ਡਿਫਰੈਂਟ ਆਨਸਰਸ ਉਹਨਾਂ ਨੇ ਦਿੱਤੇ। ਪਰ ਉਹਨਾਂ ਦੇ ਆਨਸਰਸ ਉਹੀ ਸੀ ਜੋ ਉਹਨਾਂ ਨੇ ਆਪਣੇ ਪੈਰੈਂਟਸ ਵਿੱਚ ਉਹਨਾਂ ਨੇ 4 ਚੁਫੇਰੇ ਵੇਖੇ ਸੀ। ਕੋਈ ਕਹਿਣ ਲੱਗਾ ਜੀ ਵੀ ਪ੍ਰੇ ਫॉर ਮਨੀ। ਮੈਨੂੰ ਲੱਗਾ ਵੀ ਗੱਲ ਵਾਕਈ ਸਹੀ ਹੈ, ਸਾਡੇ ਤੋਂ ਬਹੁਤੇ ਲੋਕ ਪਾਠ ਅਸੀਂ ਪੈਸੇ ਵਾਸਤੇ ਕਰ ਰਹੇ ਹਾਂ। ਦੂਜਾ ਕਹਿੰਦਾ ਜੀ ਵੀ ਪ੍ਰੇ ਫॉर ਡਿਫਰੈਂਟ ਥਿੰਗਸ ਵੀ ਨੀਡ ਇਨ ਲਾਈਫ, ਵੀ ਅਸੀਂ ਕੁਛ ਆਹ ਚਾਹੁੰਦੇ ਹਾਂ, ਆਹ ਚਾਹੁੰਦੇ ਹਾਂ, ਰਾਈਟ। ਇੱਕ ਕਹਿਣ ਲੱਗਾ ਜੀ ਥੋੜ੍ਹਾ ਜਿਹਾ ਬੈਟਰ ਆਨਸਰ ਸੀ ਵੀ ਪ੍ਰੇ ਫॉर ਥੈਂਕਸ ਗਿਵਿੰਗ, ਅਸੀਂ ਰੱਬ ਦਾ ਧੰਨਵਾਦ ਕਰਨ ਲਈ ਪਾਠ ਕਰ ਰਹੇ ਹਾਂ, ਠੀਕ ਹੈ। ਇੱਕ ਹੋਰ ਕਹਿਣ ਲੱਗੇ ਜੀ ਵੀ ਪ੍ਰੇ ਫॉर ਪੀਸ ਐਂਡ ਹੈਪੀਨੈਸ ਆਫ ਲਾਈਫ। ਇਹ ਵੀ ਗੱਲ ਜੱਚਦੀ ਹੈ ਵੀ ਸਾਡੇ 'ਚ ਤੁਸੀਂ ਵੇਖੋਗੇ ਵੀ ਬਹੁਤ ਸਾਰੇ ਅਸੀਂ ਸੁੱਖ ਮੰਗਦੇ ਹਾਂ, ਸੁੱਖ ਵਾਸਤੇ ਵੀ ਜ਼ਿੰਦਗੀ ਵਿੱਚ ਸੁੱਖ ਹੋਵੇ, ਇਹਦੇ ਲਈ ਪਾਠ ਕਰ ਰਹੇ ਹਾਂ। ਇੱਕ ਹੋਰ ਕਹਿਣ ਲੱਗੇ ਜੀ ਵੀ ਪ੍ਰੇ ਫॉर ਸਿਕਿਉਰਿਟੀ। ਇਹ ਵੀ ਠੀਕ ਜਾਪਦੀ ਵੀ ਡੋਂਟ ਫੀਲ ਸਿਕਿਉਰ, ਇਸ ਕਰਕੇ ਅਸੀਂ ਪਾਠ ਕਰਕੇ ਚਾਹੁੰਦੇ ਹਾਂ ਵੀ ਵਾਹਿਗੁਰੂ ਜਿਹੜਾ ਉਹ ਸਾਡੀ ਸੇਫ ਗਾਰਡ ਕਰੇ। ਫਿਰ ਇੱਕ ਬੱਚਾ ਕਹਿਣ ਲੱਗਾ ਜੀ ਯੈਸ ਵੀ ਪ੍ਰੇ ਫॉर ਐਗਜ਼ਾਮਸ। ਮੈਂ ਕਿਹਾ ਵੀ ਇਹ ਵੀ ਠੀਕ ਹੈ, ਦਿਸ ਇਜ਼ ਹਾਊ ਵੀ ਆਰ ਟੀਚਿੰਗ ਆਵਰ ਚਿਲਡਰਨ। ਵੀ ਬੱਚਾ ਐਗਜ਼ਾਮ ਨੇ ਜਾਂ ਮੱਥਾ ਟੇਕਿਆ, ਬੱਚਾ ਐਗਜ਼ਾਮ ਨੇ ਅਰਦਾਸ ਕਰ ਲਾ ਅਤੇ ਉਹਦੇ 'ਚੋਂ ਕਿਸੇ ਦਾ ਵੀ ਕੋਈ ਉਹ ਆਨਸਰ ਨਹੀਂ ਸੀ ਜਿਸ ਦੀ ਮੈਂ ਭਾਲ ਕਰ ਰਿਹਾ ਸਾਂ ਵੀ ਐਕਚੁਅਲ ਜੋ ਆਨਸਰ ਜੋ ਸਾਨੂੰ ਗੁਰਬਾਣੀ ਦੱਸਦੀ ਹੈ ਉਹ ਕੀ ਹੋਣਾ ਚਾਹੀਦਾ। ਸੋ ਵਾਟ ਡੂ ਯੂ ਥਿੰਕ, ਵਾਈ ਡੂ ਵੀ ਪ੍ਰੇ? ਅਸੀਂ ਪਾਠ ਕਰ ਰਹੇ ਹਾਂ ਜੋ ਉਹਦੇ ਸਾਰੇ ਹਰ ਤਰ੍ਹਾਂ ਦਾ ਪਾਠ ਇਨਕਲੂਡਡ ਹੈ। ਜਪਜੀ ਸਾਹਿਬ ਪੜ੍ਹ ਰਹੇ ਹਾਂ, ਨਿਤਨੇਮ ਪੜ੍ਹ ਰਹੇ ਹਾਂ, ਸ਼ਾਮ ਨੂੰ ਸੋਦਰ ਕਰ ਰਹੇ ਹਾਂ, ਈਵਨ ਕੀਰਤਨ ਕਰ ਰਹੇ ਹਾਂ, ਸਹਿਜ ਪਾਠ ਘਰਾਂ ਵਿੱਚ ਰੱਖੇ ਹੋਏ ਨੇ ਆਪਾਂ। ਕੀ ਮੋਟਿਵ ਹੈ, ਕਾਹਦੇ ਵਾਸਤੇ ਕਰ ਰਹੇ ਹਾਂ? I would like everyone to reflect, think for a moment, and maybe you can write your answers. ਸੱਚੀ ਮੁੱਚੀ ਇਹ ਕੁਐਸਚਨ ਸਾਨੂੰ ਆਪਾਂ ਸਾਰਿਆਂ ਨੂੰ ਪੁੱਛਣ ਦੀ ਲੋੜ ਹੈ, ਮੈਂ ਕਿਉਂ ਕਰ ਰਿਹਾ? ਜਿੰਨਾ ਚਿਰ ਇਹਦੀ ਕਲੈਰਿਟੀ ਨਹੀਂ ਹੈਗੀ ਤਾਂ ਫਿਰ ਸਾਨੂੰ ਪਤਾ ਹੀ ਨਹੀਂ ਲੱਗਣਾ ਵੀ ਅਸੀਂ ਕਾਹਦੇ ਲਈ ਕਰ ਰਹੇ ਹਾਂ। ਮੈਂ ਇਹਦਾ ਜਵਾਬ ਜਿਹੜਾ ਸੀ, ਜਿਵੇਂ ਮੈਂ ਕਿਹਾ ਕਿ ਬਈ ਮੈਂ ਆਪ ਨਹੀਂ ਦੇਣਾ, ਇੱਕ ਸ਼ਬਦ ਜਿਹੜਾ ਕਿ ਸ਼ਾਇਦ ਅੱਜ ਤੋਂ 10-15 ਸਾਲ ਪਹਿਲਾਂ ਸਹਿਜ ਪਾਠ ਕਰਦਿਆਂ ਜਾਂ ਅਦਰਵਾਈਜ਼ ਮੇਰੇ ਧਿਆਨ ਵਿੱਚ ਆਇਆ। ਗੁਰੂ ਅਮਰਦਾਸ ਪਾਤਸ਼ਾਹ ਦਾ ਇਹ ਬਹੁਤ ਹੀ ਪਿਆਰਾ ਸ਼ਬਦ ਹੈ, ਪੰਨਾ ਨੰਬਰ ਹੈ 553। ਉੱਥੇ ਉਹਨਾਂ ਨੇ ਬਹੁਤ ਹੀ ਖੂਬਸੂਰਤ ਇਹ ਲਾਈਨਾਂ ਲਿਖੀਆਂ ਨੇ, ਅਤੇ ਜਿਸ ਦਿਨ ਮੈਂ ਪਹਿਲੀ ਵਾਰ ਪੜ੍ਹੀਆਂ ਸੀ ਸੱਚੀ ਮੁੱਚੀ ਆਈ ਵਾਜ਼ ਸਟਾਪ, ਆਈ ਵਾਜ਼ ਅ ਬਿਟ ਸ਼ੌਕ। ਮੇ ਬੀ ਪਰਹੈਪਸ ਫਸਟ ਟਾਈਮ ਮੇਰੇ ਸਾਹਮਣੇ ਕਲੈਰਿਟੀ ਹੋਈ ਵੀ ਓਹੋ, ਪਾਠ ਅਸੀਂ ਇਸ ਵਾਸਤੇ ਕਰ ਰਹੇ ਹਾਂ। ਇੱਕ ਹੋਰ ਸਵਾਲ, ਅਸੀਂ ਰੋਜ਼ ਪਾਠ ਕਰਕੇ ਅਰਦਾਸ ਕਰਦੇ ਹਾਂ, ਸੱਚੇ ਪਾਤਸ਼ਾਹ ਬਾਣੀ ਪੜ੍ਹੀ ਸੁਣੀ ਸੱਚਖੰਡ ਪ੍ਰਵਾਨ ਕਰਨੀ। ਕੀ ਅਸੀਂ ਕਦੀ ਸੋਚਿਆ ਵੀ ਸੱਚੀ ਮੁੱਚੀ ਬਾਣੀ ਪ੍ਰਵਾਨ ਹੋ ਰਹੀ ਆ ਜਾਂ ਨਹੀਂ ਹੋ ਰਹੀ? ਇਹ ਵੀ ਸ਼ੋਅ ਕਰਦਾ ਵੀ ਆਰ ਰੀਅਲੀ ਨਾਟ ਸੀਰੀਅਸ ਅਬਾਊਟ ਇਟ, ਹੈ ਨਾ। ਅਸੀਂ ਮਨੀ ਟ੍ਰਾਂਸਫਰ ਕਰਦੇ ਹਾਂ ਨਾ ਆਪਣੇ ਕਿਸੇ ਅਕਾਊਂਟ ਵਿੱਚ, ਬੈਂਕ ਵਿੱਚ, ਅਸੀਂ ਇਮੀਡੀਏਟਲੀ ਉਸੇ ਵੇਲੇ 5 ਮਿੰਟ ਬਾਅਦ ਚਾਹੁੰਦੇ ਹਾਂ ਵੀ ਪਤਾ ਕਰੋ ਪਹੁੰਚੀ ਕਿ ਨਹੀਂ ਪਹੁੰਚੀ। ਇਹ ਅਰਦਾਸ ਜ਼ਿੰਦਗੀ ਭਰ ਕਰ ਰਹੇ ਹਾਂ, ਪਰ ਸ਼ਾਇਦ ਕਦੀ ਇਹ ਪਤਾ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਅਸੀਂ ਵੀ ਕੀ ਮੇਰਾ ਕੀਤਾ ਹੋਇਆ ਪਾਠ ਪ੍ਰਵਾਨ ਹੋ ਰਿਹਾ ਹੈ ਕਿ ਨਹੀਂ ਹੋ ਰਿਹਾ।
ਜੇ ਤੁਸੀਂ ਸੋਚਦੇ ਹੋ ਵੀ ਕਿਤੇ ਹੋਰ ਉੱਪਰ ਹੋ ਰਿਹਾ ਹੈ ਤੇ ਉਹ ਵੀ ਇੱਕ ਬਹੁਤ ਵੱਡਾ ਇਲੂਜ਼ਨ ਹੈ, ਕਿਉਂਕਿ ਗੁਰੂ ਸਾਹਿਬ ਕਹਿੰਦੇ ਨੇ ਅੰਦਰ ਰਾਜਾ ਤਖਤ ਹੈ ਆਪੇ ਕਰੇ ਨੇ ਆਓ। ਉਹ ਰਾਜਾ ਅੰਦਰ ਇਸ ਅੰਦਰਲੇ ਤਖਤ ਉੱਤੇ ਬੈਠਾ ਹੋਇਆ, ਇੱਥੇ ਪ੍ਰਵਾਨਗੀ ਉਹਨੇ ਦੇਣੀ ਹੈ। ਕਿਵੇਂ ਦੇਣੀ ਹੈ? ਬਹੁਤ ਹੀ ਬਿਊਟੀਫੁਲ ਸ਼ਬਦ ਹੈ, ਤੇ ਇੱਥੇ ਸ਼ਬਦ ਵਰਤਿਆ ਹੋਇਆ ਸੰਧਿਆ। ਆਪਾਂ ਸਮਝਦੇ ਹੋਵਾਂਗੇ ਅੱਜ ਕੱਲ੍ਹ ਇਸ ਸ਼ਬਦ ਦਾ ਸੰਧਿਆ ਦਾ ਮੀਨਿੰਗ ਬਣ ਗਿਆ, ਸੰਧਿਆ ਮਾਨੇ ਸ਼ਾਮ। ਪਰ ਪਰਹੈਪਸ ਜਦੋਂ ਗੁਰੂ ਸਾਹਿਬ ਇਹ ਸ਼ਬਦ ਵਰਤ ਰਹੇ ਨੇ ਨਾ ਸੰਧਿਆ, ਉਸ ਵੇਲੇ ਹਿੰਦੂ ਸਕ੍ਰਿਪਚਰਸ ਦੇ ਮੁਤਾਬਕ ਉਹ ਕਿਸੇ ਵੀ ਵੇਲੇ ਦੀ ਜਿਹੜੀ ਪੂਜਾ ਸੀ, ਪ੍ਰਾਰਥਨਾ ਸੀ, ਉਹਨੂੰ ਸੰਧਿਆ ਕਹਿੰਦੇ ਸੀ। ਭਾਵੇਂ ਉਹ ਸਵੇਰ ਦੀ ਹੋਵੇ ਜਾਂ ਦੁਪਹਿਰ ਦੀ ਹੋਵੇ ਜਾਂ ਸ਼ਾਮ ਦੀ ਹੋਵੇ, ਉਹਨੂੰ ਸੰਧਿਆ ਹੀ ਕਹਿੰਦੇ ਸੀ, ਸੰਧਿਆ ਕਰਨੀ। ਪਰ ਅੱਜ ਕੱਲ੍ਹ ਅਸੀਂ ਵੇਖਦੇ ਹਾਂ ਵੀ ਇਹਦਾ ਹੁਣ ਲੇਟਰ ਅੱਜ ਮਾਡਰਨ ਟਾਈਮਸ ਵਿੱਚ ਜੋ ਮੀਨਿੰਗ ਹੈ ਸੰਧਿਆ ਮਾਨੇ ਸ਼ਾਮ ਹੋ ਗਿਆ, ਵੀ ਸ਼ਾਮ ਵਾਲੀ ਪੂਜਾ। ਪਰ ਇੱਥੇ ਜੋ ਇਸ ਕਰਕੇ ਜੋ ਅਰਥ ਹੈ ਉਹ ਸੰਧਿਆ ਦਾ ਸ਼ਾਮ ਨਾਲ ਸੰਬੰਧਿਤ ਨਹੀਂ ਹੈ, ਉਹ ਹਰ ਵੇਲੇ ਦੀ, ਭਾਵੇਂ ਸਵੇਰ ਦੀ ਕਰ ਰਹੇ ਹੋ ਜਾਂ ਸ਼ਾਮ ਦੀ ਜਾਂ ਦੁਪਹਿਰ ਦੀ।